एक कुड़ी दी नानी पिंड विच रह रही हुंदी है। कुड़ी अपनी नानी नूं खत लिखदी है कि नानी ठंड आ गई है, धुंदां पैणियां शुरू हो गई ने, तो पिंड विच तो उंज ठंड बड़ी हो जाएगी सर्दियां दे विच, तू इस तरह कर शहर आ जा मेरे कोल, सर्दियां इत्थे लंघाई, साडे हीटर हूटर लगा है, पक्के घर ने, रजाइयां रजुइयां ठीक हैगियां ने, साडे कोल कमरे भी साडे निੱਗੇ ने, तो तू तो सर्दियां लंघा के चली गई। खत मिलदा नानी नूं, नानी खत किसी कोल पिंड वाले को पढ़वांदी है, कहंदी ठीक है, कहती ठीक है पुत्र, उन्होंने खत लिखवाती कि ठीक है पुत्र मैं तेरे को अपनी नवासी को लिखती है, ठीक है पुत्र मैं तेरे को आ जाएंगी, मैं सवेरे तड़के टुर पाँगी। नानी अपनी गठली बन्नदी है, जिवें पिंडां दे विच पोटलियां छोटियां बन्नियां जांदियां सिर ते रखन लगदी है, तो दो कड़े भी विच पोटली दे पा दिंदी है, गठरी दे विच दो कड़े भी हुंदे सोने दे हुंदे ने, उहदे विच पा दिंदी है। वो गठरी जो बन लैंदी, उहदा ख्याल आंदा है कि किते चोर मेरी गठरी खो के ना लै जावे, तो जे खो के लै गया तो कड़े भी नाल चले जाणगे, तो इस तरह करनी मैं कड़े हत्थां 'च पा लैनी है। फिर गठरी खोड़दी है, कड़े हत्थां 'च पांदी है, पोटली सिर ते रखदी है, तो सड़कों सड़की टुर पैंदी है शहर वाल। उतों किसी बस 'च बहिंदी है, तो फिर उस तो बाद शहर दे विच लथ जाती है। शहर 'च लथदी है तो दो उत्थे बैठे होंदे ने ठग, एक हुंदा उस्ताद एक हुंदा शागिर्द, दोवें ठग बैठे होंदे ने कोई शिकार घेरन दे चक्कर दे विच। ਉਹ ਵੇਖਦੇ ਨੇ कि माई आंदी पई है, देसी जी माई है, पेंडू जी लगदी पई है, तो इन्हें हत्थ 'च कड़े बड़े चमकदे पाए ने, सोने ने 2-2 तोले दे ਇਹ ਕੜੇ ਨੇ। ਉਹ ਮਾਈ ਕੋਲ ਜਾਂਦੇ ਨੇ, ਕਹਿੰਦੇ ਮਾਂ ਜੀ ਅਸੀਂ ਤੁਹਾਡੇ ਪੁੱਤਰਾਂ ਵਾਂਗੇ ਆ, ਤੁਸੀਂ ਐਵੇਂ ਨਾ ਗਰਮੀ ਦੇ ਵਿੱਚ ਭਾਰ ਚੁੱਕਿਆ, ਤੁਸੀਂ ਇਹ ਸਾਡੇ ਸਿਰ 'ਤੇ ਰੱਖੋ, ਅਸੀਂ ਤੁਹਾਨੂੰ ਛੱਡ ਆਉਂਦੇ ਹਾਂ, ਤੁਸੀਂ ਕਿੱਥੇ ਜਾਣਾ। ਉਹ ਕਹਿੰਦੀ ਅੱਛਾ ਪੁੱਤਰ ਅੱਲਾ ਤੁਹਾਡਾ ਭਲਾ ਕਰੇ, ਐ ਲਓ ਸਿਰ 'ਤੇ ਰੱਖ ਲਓ ਗਠਰੀ। ਉਹ ਗਠਰੀ ਰੱਖਦੇ ਨੇ, ਦੋਵਾਂ ਠੱਗਾਂ ਦੀ ਨਜ਼ਰ ਘੜਿਆਂ ਦੇ ਉੱਤੇ। ਉਹ ਕੋਲ ਮਾਈ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਟੁੱਟਦੇ ਰਹਿੰਦੇ ਨੇ। ਉਹ ਕਹਿੰਦੇ ਨੇ ਮਾਂ ਜੀ ਮੈਂ ਅਸੀਂ ਤੁਹਾਨੂੰ ਇੱਕ ਗੱਲ ਸੁਣਾਉਂਦੇ ਹਾਂ, ਪਰ ਗੱਲ 'ਚ ਅਗਰ ਤੁਸੀਂ ਕਿਹਾ ਨਾ ਕਿ ਝੂਠ ਹੈ ਤਾਂ ਅਸੀਂ ਤੁਹਾਡੇ ਕੋਲ ਕੜੇ ਲੈ ਲੈਣੇ ਜੀ, ਨਾਲ ਸਾਡਾ ਸਫ਼ਰ ਵੀ ਲੰਘ ਜਾਏਗਾ, ਨਾਲ ਗੱਲ ਵੀ ਹੋ ਜਾਏਗੀ, ਤੇ ਨਾਲ ਮਜ਼ਾ ਵੀ ਆ ਜਾਏਗਾ। ਜੇ ਤੁਸੀਂ ਤੁਹਾਨੂੰ ਗੱਲ ਸੁਣਾਣੀ, ਜੇ ਤੁਸੀਂ ਕਹਿੰਦਾ ਨਾ ਝੂਠ ਹੈ, ਤਾਂ ਫਿਰ ਅਸੀਂ ਕੜੇ ਲਾ ਲੈਣੇ। ਉਹਨੇ ਮਾਈ ਕਹਿੰਦੀ ਠੀਕ। ਇੱਕ ਠੱਗ ਬੋਲਦਾ, ਕਹਿੰਦਾ ਮਾਂ ਜੀ ਸਾਡੇ ਪਿੰਡ 'ਚ ਨਾ ਇੱਕ ਬੱਕਰੀ ਸੀ, ਉਹ ਬੱਕਰੀ ਇੰਨਾ ਦੁੱਧ ਦਿੰਦੀ ਸੀ ਕਿ ਉਹ ਅਸੀਂ ਪੂਰੇ ਪਿੰਡ ਵਿੱਚ ਵੀ ਵੰਡਣਾ, ਫਿਰ ਉਹਨੂੰ ਸ਼ਹਿਰ ਲਿਆ ਕੇ ਵੀ ਵੰਡਣਾ, ਫਿਰ ਅਸੀਂ ਉਹਨੂੰ ਪਿੰਡ ਦੇ ਵਿੱਚ ਅਸੀਂ ਇੱਕ ਖਾਲੀ ਛੱਪੜ ਹੈਗਾ ਸੀ, ਉੱਤੇ ਪਾਣੀ ਪੂਣੀ ਕੋਨੇ, ਉਹ ਪਿੰਡ ਉਹਦੇ 'ਚ ਵੀ ਅਸੀਂ ਸੁੱਟ ਦੇਣਾ, ਫਿਰ ਉਹਨੂੰ ਅਸੀਂ ਜਾਗ ਲਾ ਦੇਣੀ, ਉੱਥੇ ਫਿਰ ਦਹੀਂ ਬਣ ਜਾਣਾ, ਪੂਰੇ ਪਿੰਡਾਂ ਵਾਲਿਆਂ ਨੇ ਦਹੀਂ ਖਾਣਾ, ਫਿਰ ਆਸੇ ਪਾਸੇ ਵੀ ਅਸੀਂ ਉਸ ਇੱਕ ਬੱਕਰੀ ਦਾ ਦੁੱਧ ਵੰਡ ਦੇਣਾ, ਦੁੱਧ ਨਾ ਮੁੱਕਣਾ। ਮਾਈ ਸਮਝ ਜਾਂਦੀ ਹੈ ਕਿ ਇਹ ਕੋਈ ਠੱਗ ਨੇ, ਇਹ ਜਿਹੜੇ ਠੱਗ ਨੇ ਨਾ, ਇਹ ਮੇਰੇ ਕੋਲੋਂ ਝੂਠ ਕਢਵਾਉਣਾ ਚਾਹੁੰਦੇ ਨੇ। ਮਾਈ ਕਹਿੰਦੀ ਹਾਂ ਹਾਂ ਪੁੱਤਰ ਬਿਲਕੁਲ ਹੋ ਸਕਦਾ, ਬਿਲਕੁਲ ਗੱਲ ਤੁਹਾਡੀ ਠੀਕ ਹੈ। ਉਹ ਠੱਗ ਦਿਲ 'ਚ ਕਹਿੰਦੇ ਨੇ ਲਓ ਜੀ ਪਹਿਲਾ ਹਮਲਾ ਤੇ ਫੇਲ ਹੋ ਗਿਆ। ਹੁਣ ਮਾਈ ਕਹਿੰਦੀ, ਮਾਈ ਵੀ ਆਖਰ ਨਾਨੀ ਸੀ, ਦਿਆਨੀ ਪ੍ਰਧਾਨੀ ਸੀ, ਸਿਆਣੀ ਸੀ। ਉਹਨੇ ਕਿਹਾ ਲਓ ਪੁੱਤਰੋ ਹੁਣ ਮੈਂ ਤੁਹਾਨੂੰ ਗੱਲ ਸੁਣਾਉਣੀ ਹੈ, ਜੇ ਕਿਹਾ ਨਾ ਤੁਸੀਂ ਝੂਠ ਹੈ ਤਾਂ ਫਿਰ ਮੈਂ ਤੁਹਾਡੇ ਕੋਲ ਆਇਆ, ਫਿਰ ਕਿਹਾ ਨਾ ਝੂਠ, ਤਾਂ ਫਿਰ ਤੁਹਾਡੀ ਮੇਰੀ ਗੱਲ ਨਾ, ਤੁਹਾਡੇ ਕੋਲ 100 ਰੁਪਇਆ ਮੈਂ ਲੈਣਾ ਜੀ। ਠੱਗ ਕਹਿੰਦੇ ਠੀਕ ਹੈ। ਉਹ ਨਾਨੀ ਨੇ ਕਿਹਾ ਫਿਰ ਸੋਚ ਲਓ, ਜੇ ਮੇਰੀ ਗੱਲ 'ਚ ਤੁਸੀਂ ਝੂਠ ਗਿਆ ਨਾ ਤਾਂ ਮੈਂ ਤੁਹਾਡੇ ਕੋਲ ਦੋਵਾਂ ਕੋਲੋਂ 100 ਲੈਣਾ ਜੀ। ਉਹ ਕਹਿੰਦੇ ਠੀਕ ਹੈ ਨਾਨੀ ਤੂੰ ਗੱਲ ਸੁਣਾ। ਉਹ ਕਹਿੰਦੀ ਪੁੱਤਰ ਮੇਰੇ ਬੰਦੇ ਕੋਲ ਨਾ 2 ਕਪਾਹ ਦੇ ਬੂਟੇ ਸਨ, ਉਹ ਕਪਾਹ ਦੇ ਇੰਨੀ ਕਪਾਹ ਲੱਗਦੀ ਸੀ ਕਿ ਲੂਮਾਂ 'ਚ ਜਾਂਦੀ ਸੀ, ਮਿੱਲਾਂ 'ਚ ਜਾਂਦੀ ਸੀ, ਕੱਪੜੇ ਬਣਦੇ ਸਨ, ਥਾਨ ਬਣਦੇ ਸਨ, ਇੰਨਾ ਸਾਡਾ ਕਪਾਹ ਦਾ ਕੰਮ ਸੀ। ਉੱਥੇ ਜੋਗਾਂ ਦੀ ਖੱਡੀਆਂ ਦੇ ਜਾਣੇ ਕੱਪੜੇ ਬਣਨੇ। ਤਾਂ ਮੈਨੂੰ ਸ਼ੱਕ ਪੈਂਦਾ ਇਹ ਜਿਹੜੀ ਤੁਸੀਂ ਕਮੀਜ਼ਾਂ ਪਾਈਆਂ ਨੇ ਨਾ, ਇਹ ਵੀ ਸਾਡੇ ਕਪਾਹ ਦੀਆਂ ਨੇ। ਹੁਣ ਚੋਰ ਕਹਿੰਦੇ ਜੇ ਝੂਠ ਹੈ ਤਾਂ ਮਰਦੇ ਨੇ, ਤੇ ਉਹ ਮਾਈ ਨੂੰ ਨਾ ਉਹ ਕਮੀਜ਼ ਲਾ ਕੇ ਦੇ ਦਿੰਦੇ ਨੇ ਕਿ ਹੋਇਆ 100 ਚਲੋ 100 ਬੜੀ ਕੀਮਤ ਸੀ ਉਹ। ਫਿਰ ਮਾਂ ਹੀ ਕਹਿੰਦੀ ਆ ਜਿਹੜੀ ਤੁਸੀਂ ਉੱਤੇ ਸਿਰ 'ਤੇ ਪੱਗਾਂ ਲਈਆਂ ਨੇ ਨਾ, ਇਹ ਵੀ ਸਾਡੀਆਂ ਕਪਾਹ ਦੀਆਂ ਲੱਗਦੀਆਂ ਨੇ। ਉਹ ਪੱਗ ਲਾ ਕੇ ਵੀ ਦੋਵੇਂ ਦੇ ਦਿੰਦੇ ਨੇ। ਫਿਰ ਕਹਿੰਦੇ ਆ ਪੁੱਤਰ ਜਿਹੜੀ ਤੁਸੀਂ ਲੋਈ ਲਈ ਹੈ ਨਾ ਚਾਦਰ, ਇਹ ਵੀ ਲੱਗਦਾ ਕਿ ਸਾਡੇ ਕਪਾਹ ਦੀ ਹੈਗੀਆਂ ਨੇ। ਉਹ ਚਾਦਰ ਵੀ ਲਵਾ। ਹੁਣ ਆ ਕੇ ਦੋਵਾਂ ਕੋਲ ਰਹਿ ਜਾਂਦੀ ਧੋਤੀ, ਸਿਰਫ ਧੋਤੀ ਉਹਨਾਂ ਦੇ ਹਿੱਕ 'ਤੇ, ਉਹਨਾਂ ਦੇ ਪਿੰਡੇ ਦੇ ਉੱਤੇ ਰਹਿ ਜਾਂਦੀ ਧੋਤੀ ਬਸ। ਉਹ ਕਹਿੰਦਾ ਮਾਈ ਛੱਡੋ ਮਾਂ ਜੀ ਛੱਡੋ ਗੱਲ ਨੂੰ ਛੱਡੋ ਪਰਾਂ, ਗੱਲ ਨੂੰ ਛੱਡੋ ਪਰਾਂ। ਵੇਖੋ ਅਸੀਂ ਤੁਹਾਡੇ ਕੋਲ ਇੰਨਾ ਤੁਹਾਡਾ ਟੁਰ ਕੇ ਆਇਆ, ਤੁਹਾਡਾ ਭਾਰ ਚੁੱਕਿਆ, ਸਾਨੂੰ ਕੋਈ ਰੋਟੀ ਪਾਣੀ ਤਾਂ ਖਵਾਓ। ਉਹਨੇ ਕਿਹਾ ਹਾਂ ਪੁੱਤਰ ਤੁਹਾਨੂੰ ਮੈਂ ਰੋਟੀ ਪਾਣੀ ਖਵਾਉਂਦੀ ਹਾਂ, ਇਸ ਤਰ੍ਹਾਂ ਕਰਨੀ ਆ, ਪੈਸੇ ਤਾਂ ਮੇਰੇ ਕੋਲ ਹੈ ਕੋਈ ਨਹੀਂ, ਆ ਮੇਰੇ ਕੋਲ ਕੜੇ ਨੇ 2, ਅਤੇ ਆਪਾਂ ਸੁਨਿਆਰੇ ਦੀ ਦੁਕਾਨ 'ਤੇ ਚੱਲਦੇ ਹਾਂ, ਅਤੇ ਉੱਥੇ ਜਾ ਕੇ ਮੈਂ ਕੜਾ ਵੇਚ ਦਿਆਂਗੀ, ਉੱਥੇ ਜਿਹੜੇ ਪੈਸੇ ਆਉਣਗੇ ਤੁਹਾਨੂੰ ਮੈਂ ਰੋਟੀ ਖਵਾ ਦਿਆਂਗੀ। ਉਹ ਠੱਗ ਆਪਸ 'ਚ ਗੱਲ ਕਰਦੇ ਨੇ, ਕਹਿੰਦੇ ਠੀਕ ਹੈ ਯਾਰ ਮਾਈ ਨੂੰ ਕੜੇ ਵੇਚਣ ਦੇ, ਮਾਈ ਨੂੰ ਕੜਾ ਵੇਚ ਲੈਂਦੇ, ਅਤੇ ਜੇ ਕੜੇ ਵਿੱਚ ਪੈਸੇ ਲੱਭਣਗੇ ਨਾ ਉਹਦੀ ਆਪਾਂ ਰੋਟੀ ਖਾ ਲਾਂਗੇ, ਬਾਕੀ ਇਹਦੇ ਕੋਲ ਪੈਸੇ ਖੋ ਕੇ ਦੌੜ ਜਾਵਾਂਗੇ। ਦੂਜਾ ਠੱਗ ਉਸਤਾਦ ਕਹਿੰਦਾ ਠੀਕ ਹੈ। ਮਾਈ ਲੈ ਕੇ ਦੋਵਾਂ ਨੂੰ ਸੁਨਿਆਰੇ ਦੀ ਦੁਕਾਨ 'ਤੇ ਚਲੇ ਜਾਂਦੀ ਹੈ। ਦੋਵਾਂ ਨੂੰ ਕਹਿੰਦੀ ਉਹ ਬਾਹਰ ਦੂਸਰੀ ਦੁਕਾਨ ਦੇ ਬਾਹਰ ਬੈਠੋ ਤਾਂ ਮੈਂ ਨਾ ਕੜਾ ਵੇਚ ਕੇ ਆਈ। ਉਹ ਸੁਨਿਆਰੇ ਨਾਲ ਜਾ ਕੇ ਮਾਈ ਨਾਨੀ ਜਿਹੜੀ ਹੁੰਦੀ ਉਹ ਗੱਲ ਕਰਦੀ, ਉਹ ਕਹਿੰਦੀ ਏ ਸੁਨਿਆਰੇ ਨੂੰ ਕਹਿੰਦੀ ਏ ਕਿ ਭਾਈ ਲੋਕਾ ਮੈਂ ਨਾ ਆਈ ਹਾਂ ਫਲਾਣੀ ਥਾਂ ਤੋਂ, ਅਤੇ ਮੇਰੇ ਕੋਲ ਨਾ 2 ਨੌਕਰ ਨੇ, ਮੈਂ ਇਹਨਾਂ ਨੂੰ ਵੇਚਣਾ ਚਾਹੁੰਦੀ ਹਾਂ, ਮੈਂ ਇਹਨਾਂ ਨੂੰ ਵੇਚਣਾ। ਉਹ ਸੁਨਿਆਰਾ ਪੁੱਛਦਾ ਇੱਕ ਨੂੰ ਵੇਚਣਾ ਹੈ ਕਿ ਦੋਵਾਂ ਨੂੰ ਵੇਚਣਾ ਏ। ਮਾਈ ਕਹਿੰਦੀ ਇੱਕ ਮੈਂ ਪੁੱਛ ਲਵਾਂ। ਉਹ ਮਾਈ ਬਾਹਰ ਬੈਠੇ ਜਿਹੜੇ ਹੁੰਦੇ ਨੇ ਦੋਵੇਂ ਠੱਗ, ਉਹਨਾਂ ਨੂੰ ਇਸ਼ਾਰਾ ਕਰਦੀ, ਕਹਿੰਦੀ ਇੱਕ ਵੇਚਾਂ ਕਿ ਦੋਵੇਂ ਵੇਚਾਂ।
ਉਹ ਜਿਹੜਾ ਉਸਤਾਦ ਹੁੰਦਾ ਨਾ ਉਹ ਜ਼ਰਾ ਜ਼ਿਆਦਾ ਭੁੱਖਾ ਹੁੰਦਾ, ਕਹਿੰਦਾ ਮਾਈ ਦੋਵੇਂ ਵੇਚ ਦਿਓ, ਛੱਡੋ ਪਰਾਂ, ਦੋਵੇਂ ਵੇਚ ਦਿਓ, ਖੈਰ ਹੈ ਦੋਵੇਂ ਵੇਚ ਦਿਓ। ਉਹ ਇੱਕ ਕਹਿੰਦਾ ਕਿ ਨਹੀਂ ਨਹੀਂ ਇੱਕ ਵੇਚੋ, ਉਹ ਕਹਿੰਦਾ ਨਹੀਂ ਨਹੀਂ ਉਸਤਾਦ ਕਹਿੰਦਾ ਦੋਵੇਂ ਵੇਚ ਦਿਓ। ਉਸਤਾਦ ਕਹਿੰਦਾ ਜਿਹੜਾ ਹੁੰਦਾ ਨਾ ਕਹਿੰਦਾ ਦੋਵੇਂ ਵੇਚੋ, ਛੱਡੋ ਪਰਾਂ, ਜਾਨ ਛੁਡਾਓ, ਦੋਵੇਂ ਵੇਚੋ। ਉਹ ਕਹਿੰਦੀ ਪੁੱਤਰ ਹੁਣ ਕਹਿੰਦੇ ਪਏ ਨੇ ਦੋਵੇਂ ਵੇਚਣੇ, ਦੋਵੇਂ ਵੇਚ ਦਿਓ। ਉਹਨੇ ਕਿਹਾ ਠੀਕ ਹੈ ਜੀ ਲੈ ਲਓ। ਉਹਨੇ ਕਿਹਾ ਕਿੰਨੇ ਪੈਸੇ ਨਾ, ਉਸਤਾਦ ਨੇ ਪੁੱਛਿਆ ਨਾਨੀ ਨੂੰ ਕਿੰਨੇ ਪੈਸੇ, ਉਹਨੇ ਕਿਹਾ ਪੁੱਤਰ 500 ਰੁਪਇਆ। ਉਹਨੇ ਕਿਹਾ ਨਹੀਂ ਨਹੀਂ 500 ਨਹੀਂ, ਰੁਪਈਆ ਤੁਹਾਨੂੰ ਦਿਆਂਗਾ 300, 150 ਦੋਵਾਂ ਦਾ। ਨਾਨੀ ਕਹਿੰਦੀ ਚਲੋ ਜੀ ਠੀਕ ਹੈ 300 ਦੇ ਦਿਓ। ਉਹ 300 ਇਹਨਾਂ ਕੋਲ ਫੜਦੀ ਗਈ, ਉਹਨਾਂ ਨੂੰ ਕਿੱਥੇ ਬੰਦ ਕਹਿੰਦੇ ਲੱਗਦੀ ਲਓ ਪੁੱਤਰ ਤੁਸੀਂ ਇੱਥੇ ਪਵੋ ਅਤੇ ਮੈਂ ਤੁਹਾਡੇ ਲਈ ਨਾ ਕੁਛ ਖਾਣ ਪੀਣ ਦਾ ਲੈ ਕੇ ਆਉਂਦੀ ਹਾਂ। ਅਤੇ ਸੁਨਿਆਰੇ ਨੇ ਜੂਸ ਮੰਗਾਇਆ ਤੁਹਾਡੇ ਲਈ, ਤੁਹਾਨੂੰ ਜੂਸ ਪਿਆਂਦਾ, ਤੁਸੀਂ ਇੰਨੀ ਦੇਰ ਜੂਸ ਪੀਓ ਤਾਂ ਮੈਂ ਤੁਹਾਡੇ ਲਈ ਰੋਟੀ ਪਾਣੀ ਲੈ ਕੇ ਆਉਂਦੀ। ਮਾਈ ਚਲੀ ਜਾਂਦੀ। ਹੁਣ ਠੱਗ ਆਪਸ 'ਚ ਗੱਲਾਂ ਕਰ ਰਹੇ ਹੁੰਦੇ ਨੇ ਕਿ ਯਾਰ ਆਂਦੀ ਇਹਨਾਂ ਦੇ ਕੋਲ ਰੋਟੀ ਖਾਂਦੇ ਹਾਂ ਕਿਤੇ ਬਹਿ ਕੇ, ਕਿਤੇ ਵਿਰਾਨੇ ਦੀ ਜਗ੍ਹਾ ਦੇ ਵਿੱਚ ਰੋਟੀ ਬਹਿ ਕੇ ਖਾਂਦੇ ਹਾਂ। ਉਸ ਤੋਂ ਬਾਅਦ ਨਾ ਮਾਈ ਨੂੰ ਫੜਾਂਗੇ, ਤੂੰ ਮਾਈ ਦੀ ਗਿੱਚੀ ਫੜੀ, ਮੈਂ ਇਹਦੇ ਕੋਲ ਪੈਸੇ ਖਵਾਵਾਂਗਾ ਅਤੇ ਆਪਾਂ ਦੌੜ ਜਾਵਾਂਗੇ, ਇਹਨੂੰ ਸਾਨੂੰ ਕਿਹੜਾ ਲੱਭ ਲੈਣਾ, ਇਹਨੂੰ ਕੀ ਪਤਾ ਸੀ ਕੌਣ ਆ ਕੌਣ। ਉਹ ਕਹਿੰਦਾ ਸ਼ਾਗਿਰਦ ਕਹਿੰਦਾ ਠੀਕ ਹੈ ਉਸਤਾਦ ਜੀ। ਇਹਨਾਂ ਨੂੰ ਸੁਨਿਆਰਾ ਬਾਹਰ ਆਉਂਦਾ, ਉਹਨੇ ਇੱਕ ਹੱਥ 'ਚ ਝਾੜੂ ਫੜਿਆ ਹੁੰਦਾ, ਇੱਕ ਹੱਥ 'ਚ ਟਾਕੀ ਫੜੀ ਹੁੰਦੀ। ਉਹ ਇੱਕ ਠੱਗ ਨੂੰ ਕਹਿੰਦਾ ਲਾ ਫੜ, ਦੂਜੇ ਨੂੰ ਕਹਿੰਦਾ ਫੜ ਲਾ ਟਾਕੀ, ਚਲੋ ਸਫਾਈ ਸ਼ੁਰੂ ਕਰੋ, ਇੱਥੇ ਐਵੇਂ ਬੈਠੇ ਜਿਵੇਂ ਪ੍ਰਧਾਨ ਹੀ। ਉਹ ਠੱਗ ਕਹਿੰਦੇ ਨੇ ਭਾਜੀ ਕੀ ਗੱਲ ਕਰਦੇ ਪਈ, ਅਸੀਂ ਤਾਂ ਮਾਈ। ਉਹਨੇ ਕਿਹਾ ਮਾਈ ਤੁਹਾਨੂੰ ਵੇਚ ਗਈ ਇੱਥੇ, ਮਾਈ ਤੁਹਾਨੂੰ ਵੇਚ ਗਈ ਏ, 150 ਰੁਪਏ ਦਾ ਤੁਹਾਨੂੰ ਦੋਵਾਂ ਨੂੰ ਵੇਚ ਕੇ 300 ਰੁਪਇਆ ਲੈ ਕੇ ਉਹ ਚਲੀ ਗਈ। ਹੁਣ ਦੋਵੇਂ ਚੋਰ ਹੱਕੇ ਬੱਕੇ, ਠੱਗ ਹੈਰਾਨ ਪਰੇਸ਼ਾਨ, ਟਾਕੀ ਫੜ ਲੈਂਦਾ, ਟਾਕੀ ਮਾਰਨੀ ਸ਼ੁਰੂ ਕਰ ਦਿੰਦਾ, ਇੱਕ ਝਾੜੂ ਮਾਰਨਾ ਸ਼ੁਰੂ ਕਰ ਦਿੰਦਾ। ਇਹਨੂੰ ਕਹਿੰਦੇ ਨੇ ਚੋਰਾਂ ਨੂੰ ਪੈ ਗਏ ਮੋਰ। ਕਿਸੇ ਕਿਸੇ ਦਿਨ ਠੱਗਾਂ ਦਾ ਦਿਨ ਬੜਾ ਭੈੜਾ ਹੁੰਦਾ, ਅਤੇ ਉਹਨਾਂ ਨੂੰ ਅੱਗੇ ਕੋਈ ਕਾਰੀਗਰ ਟੱਕਰ ਜਾਂਦਾ, ਆਪਣੇ ਤੋਂ ਵੱਡਾ ਟੱਕਰ ਜਾਂਦਾ, ਜਿਹੜਾ ਉਹਨਾਂ ਦੀ ਸਾਰੀ ਜ਼ਿੰਦਗੀ ਨੂੰ ਇੱਕ ਪਾਸੇ ਲਾ ਦਿੰਦਾ। ਇਸ ਲਈ ਕਹਿੰਦੇ ਨੇ ਕਿ ਚੋਰ ਨੂੰ ਖਾਂਦੇ ਨਾ ਵੇਖੋ, ਉਹਨੂੰ ਛਿੱਤਰ ਖਾਂਦੇ ਨਾ ਵੇਖੋ, ਉਹਨੂੰ ਛਿੱਤਰ ਖਾਂਦੇ ਵੇਖੋ। ਉਹਨੂੰ ਠੱਗ ਉਹ ਸੁਨਿਆਰੇ ਦੀ ਨੌਕਰੀ ਕਰਦੇ ਨੇ, ਝਿੜਕਾਂ ਵੀ ਖਾਂਦੇ ਨੇ, ਇੱਕ ਟਾਈਮ ਦੀ ਉਹਨਾਂ ਨੂੰ ਰੋਟੀ ਲੱਭਦੀ ਏ, ਅਤੇ ਮਾਈ ਨੂੰ ਨਾਨੀ ਨੂੰ ਕੋਸਦੇ ਵੀ ਰਹਿੰਦੇ ਨੇ। ਅਗਲੀ ਵੀਡੀਓ ਤੱਕ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।